ਗੁਰੂ ਸਾਹਿਬ ਜੀ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਭਾਵ ਸਿਫਤ ਸਲਾਹ ਕਰਨੀ। ਤਾਣ ਤੋਂ ਭਾਵ ਬਲ। ਕੋਈ ਉਸ ਦੇ ਬਲ ਨੂੰ ਉਦੋਂ ਗਾ ਸਕਦਾ ਹੈ ਹੋਵੈ ਕਿਸੇ ਤਾਣ, ਜੇ ਕਿਸੇ ਕੋਲ ਪਰਮਾਤਮਾ ਦੇ ਬਲ ਨੂੰ ਗਾਉਣ ਦੀ ਸ਼ਕਤੀ ਹੋਵੇ, ਤਾਕਤ ਹੋਵੇ। ਗਾਵੈ ਕੋ ਤਾਣ ਹੋਵੈ ਕਿਸੇ ਤਾਣ। ਜਿਸ ਕਿਸੇ ਮਨੁੱਖ ਨੂੰ ਸਮਰੱਥਾ ਹੁੰਦੀ ਹੈ ਉਹ ਰੱਬ ਦੇ ਬਲ ਨੂੰ ਗਾਉਂਦਾ ਹੈ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਕੋਈ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਨਿਸ਼ਾਨੀਆਂ ਸਮਝ ਕੇ ਗਾਉਂਦਾ ਹੈ। ਜਿਵੇਂ ਆਪਾਂ ਨੂੰ ਸੋਹਣਾ ਘਰ ਦਿੱਤਾ ਹੈ, ਖਾਣ ਨੂੰ ਵਧੀਆ ਪ੍ਰਸ਼ਾਦਾ ਦਾਲ ਫੁਲਕਾ ਪਰਮਾਤਮਾ ਨੇ ਦਿੱਤਾ ਹੈ, ਪਾਉਣ ਨੂੰ ਵਧੀਆ ਕੱਪੜੇ ਦਿੱਤੇ ਹਨ, ਅਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਜੇ ਹਲਕਾ ਕੱਪੜਾ ਪਾਉਂਦੇ ਹਾਂ ਫਿਰ ਉਸ ਨੂੰ ਯਾਦ ਕਰਦੇ ਹਾਂ ਵੀ ਸਾਡਾ ਜਿਹੜਾ ਕੱਪੜਾ ਬਹੁਤ ਸੋਹਣਾ ਹੈ। ਜਾਂ ਜਿਸ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਛੱਤ ਦੇ ਥੱਲੇ, ਉਹ ਨਿਸ਼ਾਨੀ ਨੂੰ ਧਿਆਨ ਚੇਤੇ ਵਿੱਚ ਰੱਖ ਕੇ ਉਸ ਦਾ ਸ਼ੁਕਰ ਕਰਕੇ ਉਸ ਨੂੰ ਗਾਉਂਦੇ ਹਾਂ। ਗਾਵੈ ਕੋ ਗੁਣ ਵਡਿਆਈਆਂ ਚਾਰ। ਕੋਈ ਮਨੁੱਖ ਉਸ ਪਰਮਾਤਮਾ ਦੀਆਂ ਸੁੰਦਰ ਸੋਹਣੀਆਂ ਗੁਣਾਂ ਅਤੇ ਵਡਿਆਈਆਂ ਨੂੰ ਵੇਖ ਕੇ ਗਾਉਂਦਾ ਹੈ ਵੀ ਪਰਮਾਤਮਾ ਦੇ ਵਿੱਚ ਇਤਨੇ ਗੁਣ ਹਨ, ਉਸ ਦੀ ਵਡਿਆਈਆਂ ਹਨ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੋਈ ਮਨੁੱਖ ਵਿਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ। ਭਾਵ ਆਤਮਕ ਫਿਲਾਸਫੀ ਦੇ ਔਖੇ ਵਿਸ਼ਿਆਂ 'ਤੇ ਵਿਚਾਰ ਕਰਦਾ ਹੈ। ਗਾਵੈ ਕੋ ਸਾਜ ਕਰੇ ਤਨ ਖੇਹ। ਕੋਈ ਮਨੁੱਖ ਇਉਂ ਗਾਉਂਦਾ ਹੈ ਅਕਾਲ ਪੁਰਖ ਸਰੀਰ ਨੂੰ ਬਣਾ ਕੇ ਫਿਰ ਸੁਆਹ ਕਰ ਦਿੰਦਾ ਹੈ। ਸਾਜ ਕਰੇ, ਸਾਜ ਤੋਂ ਭਾਵ ਪੈਦਾ ਕਰਨਾ, ਬਣਾਉਣਾ। ਤਨ ਖੇਹ, ਤਨ ਹੁੰਦਾ ਸਰੀਰ, ਖੇਹ ਤੋਂ ਭਾਵ ਸੁਆਹ। ਜਦੋਂ ਸਰੀਰ ਦਾ ਸੰਸਕਾਰ ਹੁੰਦਾ ਪਿੱਛੇ ਕੀ ਬਚਦਾ? ਸੁਆਹ ਬਚਦੀ ਹੈ। ਅਤੇ ਇਹ ਵੀ ਪਰਮਾਤਮਾ ਦਾ ਇੱਕ ਗੁਣ ਹੈ ਕਿ ਪਹਿਲਾਂ ਸਰੀਰ ਪੈਦਾ ਕਰਦਾ ਹੈ, ਫਿਰ ਬਾਅਦ ਦੇ ਵਿੱਚ ਉਸ ਸਰੀਰ ਨੂੰ ਸੁਆਹ ਬਣਾ ਦਿੰਦਾ ਹੈ। ਗਾਵੈ ਕੋ ਜੀ ਲੈ ਫਿਰ ਦੇਹ। ਕੋਈ ਇਉਂ ਗਾਉਂਦਾ ਹੈ ਹਰੀ ਸਰੀਰਾਂ ਵਿੱਚੋਂ ਜਿੰਦ ਕੱਢ ਕੇ ਫਿਰ ਦੂਜੇ ਸਰੀਰਾਂ ਵਿੱਚ ਪਾ ਦਿੰਦਾ ਹੈ। ਜੀ ਲੈ ਲੈਂਦਾ ਹੈ ਇਹ ਜਿੰਦ, ਫਿਰ ਦੇਹ, ਫਿਰ ਹੋਰ ਸਰੀਰਾਂ ਦੇ ਵਿੱਚ ਦੇ ਦਿੰਦਾ ਹੈ, ਭਾਵ ਪਾ ਦਿੰਦਾ ਹੈ। ਗਾਵੈ ਕੋ ਜਾਪੈ ਦਿਸੈ ਦੂਰ। ਕੋਈ ਮਨੁੱਖ ਇਉਂ ਆਖਦਾ ਹੈ, ਭਾਵ ਗਾਉਂਦਾ ਹੈ ਵੀ ਪਰਮਾਤਮਾ ਬਹੁਤ ਦੂਰ ਹੈ, ਉਸ ਨੂੰ ਦੂਰ ਜਾਣ ਕੇ ਗਾਉਂਦਾ ਹੈ। ਜਿਵੇਂ ਆਪਾਂ ਨੇ ਆਮ ਦੇਖਿਆ ਹੀ ਹੈ ਵੀ ਹਰੇਕ ਇਨਸਾਨ ਉੱਪਰ ਹੱਥ ਕਰਕੇ ਕਹਿੰਦਾ ਵੀ ਪਰਮਾਤਮਾ ਦਾ ਸ਼ੁਕਰ ਹੈ, ਉਸ ਦਾ ਸ਼ੁਕਰ ਹੈ। ਗਾਵੈ ਕੋ ਵੇਖੈ ਹਾਦਰਾ ਹਦੂਰ। ਪਰ ਕੋਈ ਆਖਦਾ ਹੈ ਨਹੀਂ, ਨੇੜੇ ਹੈ, ਸਭ ਥਾਈਂ
ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ। ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਟੋਟ। ਕਥਨਾ ਤੋਂ ਭਾਵ ਕਹਿਣਾ, ਬਿਆਨ ਕਰਨਾ। ਕਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ ਅਕਾਲ ਪੁਰਖ ਦੇ ਹੁਕਮ ਦਾ ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕਦੀ। ਭਾਵ ਵਰਣਨ ਕਰ ਕਰਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ। ਕਥ ਕਥ ਕਥੀ ਕੋਟੀ ਕੋਟ ਕੋਟ। ਕਥ ਕਥ ਭਾਵ ਆਖ ਆਖ ਕੇ, ਬਿਆਨ ਕਰ ਕਰਕੇ, ਕਥਨ ਕਰ ਕਰਕੇ। ਕੋਟੀ ਕੋਟ ਕੋਟ, ਕਰੋੜ ਕਰੋੜ ਜੀਵਾਂ ਨੇ ਉਸ ਦਾ ਬਿਆਨ ਕੀਤਾ, ਪਰ ਬਿਆਨ ਨਹੀਂ ਹੋ ਸਕਿਆ। ਦੇਂਦਾ ਦੇ ਲੈਂਦੇ ਥੱਕ ਪਾਹੈ। ਦੇਂਦਾ ਭਾਵ ਦੇਣ ਵਾਲਾ, ਦਾਤਾਰ, ਉਹ ਸਾਨੂੰ ਦਾਤਾਂ ਦੇ ਰਿਹਾ ਹੈ। ਲੈਂਦੇ ਥੱਕ ਪਾਹੈ, ਅਸੀਂ ਲੈ ਲੈ ਕੇ ਥੱਕ ਗਏ। ਕਿੰਨਾ ਕੁ ਥੱਕ ਗਏ? ਜੁਗਾ ਜੁਗੰਤਰ ਖਾਹੀ ਖਾਹ ਹੈ। ਜੁਗਾਂ ਜੁਗੰਤਰ ਦੇ ਵਿੱਚ, ਸਾਰੇ ਹੀ ਯੁੱਗਾਂ ਦੇ ਵਿੱਚ, ਸਦਾ ਤੋਂ ਹੀ ਅਸੀਂ ਖਾ ਰਹੇ ਹਾਂ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ, ਲੈ ਲੈ ਕੇ ਥੱਕ ਗਏ ਹਾਂ। ਹੁਕਮੀ ਹੁਕਮ ਚਲਾਏ ਰਾਹ। ਹੁਕਮੀ ਤੋਂ ਭਾਵ ਹੁਕਮ ਦਾ ਮਾਲਕ, ਅਕਾਲ ਪੁਰਖ। ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾ ਰਿਹਾ ਹੈ। ਨਾਨਕ ਵਿਗਸੈ ਵੇ ਪਰਵਾਹ। ਨਾਨਕ ਜੀ ਦੱਸਦੇ ਹਨ ਵੀ ਉਹ ਨਿਰੰਕਾਰ ਸਦਾ ਬੇਪਰਵਾਹ ਅਤੇ ਪ੍ਰਸੰਨ ਹੈ। ਵਿਗਸੈ ਤੋਂ ਭਾਵ ਪ੍ਰਸੰਨ, ਖੇਡਣ ਵਾਲਾ, ਖਿੜ ਰਿਹਾ ਹੈ। ਭਾਵੇਂ ਕਿ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਟੁੱਟ ਪਦਾਰਥ ਅਤੇ ਰਿਜ਼ਕ ਦੇ ਰਿਹਾ ਹੈ, ਪਰ ਐਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ। ਉਹ ਸਦਾ ਖਿੜਿਆ ਹੋਇਆ ਹੈ। ਉਸ ਨੂੰ ਇਤਨੇ ਵੱਡੇ ਪਸਾਰੇ ਵਿੱਚ ਖਚਿਤ ਨਹੀਂ ਹੋਣਾ ਪੈਂਦਾ। ਜਿਵੇਂ ਸਾਨੂੰ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਪਵੇ, ਇੱਕ ਦਿਨ ਛਕਾਵਾਂਗੇ, 2 ਦਿਨ ਛਕਾਵਾਂਗੇ, ਫਿਰ ਮਨ 'ਚ ਗੱਲ ਆਈ ਜਾਂਦੀ ਹੈ ਵੀ ਕਿਤਨਾ ਕੁ ਟਾਈਮ ਹੋਰ ਇਹ ਸੇਵਾ ਕਰਨੀ ਪੈਣੀ ਹੈ। ਪਰ ਪਰਮਾਤਮਾ ਐਸਾ ਦਾਤਾ ਹੈ ਵੀ ਜੁਗਾਂ ਜੁਗੰਤਰ ਤੋਂ ਉਹ ਸਾਨੂੰ ਰਿਜ਼ਕ ਅਤੇ ਹੋਰ ਬੇਅੰਤ ਪਦਾਰਥ ਦੇ ਰਿਹਾ, ਅਤੇ ਅਸੀਂ ਲੈ ਲੈ ਕੇ ਥੱਕ ਗਏ ਹਾਂ, ਪਰ ਉਸ ਦੇ ਮੱਥੇ 'ਤੇ ਇੱਕ ਵੀ ਵੱਟ ਨਹੀਂ ਹੈ। ਉਹ ਵਿਗਸੈ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।